This video is for educational purposes only. The sole purpose of this video is to help students to study from home in lockdown situation arising in pandemic of COVID-19. This video has no commercial interest, nor it is intended to harm commercial or any other interest of any publisher or author. The students are advised to thoroughly study the books mentioned in the video and books recommended by SCERT Punjab. Thanks. ਮਾਤ ਭਾਸ਼ਾ ਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਸਕੂਲ ਦੇ ਅੰਦਰ ਅਤੇ ਬਾਹਰ। ਯੂਨਿਟ ਫਸਟ, ਭਾਸ਼ਾ, ਮਾਤ ਭਾਸ਼ਾ ਅਤੇ ਸਿੱਖਿਆ। ਇਸ ਯੂਨਿਟ ਵਿੱਚ ਪਹਿਲਾ ਜੋ ਚੈਪਟਰ ਅਸੀਂ ਦੇਖਾਂਗੇ ਉਹ ਹੈ ਭਾਸ਼ਾ, ਭਾਸ਼ਾ ਦਾ ਅਰਥ, ਇਸ ਦੀ ਪਰਿਭਾਸ਼ਾ ਅਤੇ ਇਸ ਦੀ ਉਤਪਤੀ ਦੇ ਸਿਧਾਂਤ। ਜੇ ਅਸੀਂ ਭਾਸ਼ਾ ਦੇ ਅਰਥ ਦੀ ਗੱਲ ਕਰੀਏ ਤਾਂ ਭਾਸ਼ਾ ਵਿਚਾਰਾਂ ਜਾਂ ਭਾਵਾਂ ਦੇ ਪ੍ਰਗਟਾਵੇ ਲਈ ਵਰਤੇ ਜਾਣ ਵਾਲੇ ਸਾਧਨ ਨੂੰ ਅਸੀਂ ਭਾਸ਼ਾ ਕਹਿ ਦਿੰਦੇ ਹਾਂ, ਜਾਂ ਉਹ ਸਾਧਨ ਜਿਨ੍ਹਾਂ ਦੁਆਰਾ ਅਸੀਂ ਆਪਣੇ ਮਨ ਦੇ ਭਾਵਾਂ ਜਾਂ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ, ਭਾਸ਼ਾ ਕਿਹਾ ਜਾਂਦਾ ਹੈ। ਵਿਆਪਕ ਰੂਪ ਵਿੱਚ ਬੋਲਣ ਲਿਖਣ ਤੋਂ ਇਲਾਵਾ ਅਸੀਂ ਇਹਦੇ ਵਿੱਚ ਸਾਈਨ ਲੈਂਗੁਏਜ ਜਾਂ ਬੋਡੀ ਲੈਂਗੁਏਜ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਹੱਥਾਂ, ਪੈਰਾਂ, ਅੱਖਾਂ ਅਤੇ ਹੋਰ ਸਰੀਰ ਦੇ ਅੰਗਾਂ ਦੁਆਰਾ ਜੋ ਇਸ਼ਾਰਿਆਂ ਨਾਲ ਅਸੀਂ ਭਾਸ਼ਾਵਾਂ ਦੇ ਪ੍ਰਗਟਾਅ ਨੂੰ ਕਰਦੇ, ਆਪਣੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ, ਉਸ ਨੂੰ ਅਸੀਂ ਭਾਸ਼ਾ ਕਹਿ ਦਿੰਦੇ ਹਾਂ। ਪਰ ਸੰਕੀਰਨ ਰੂਪ ਵਿੱਚ ਅਸੀਂ ਭਾਸ਼ਾ ਨੂੰ ਬੋਲਣ ਅਤੇ ਲਿਖਣ ਦੇ ਸਾਧਨ ਵਜੋਂ ਹੀ ਵਰਤਾਂਗੇ। ਇਸ ਚੈਪਟਰ ਦੇ ਵਿੱਚ, ਇਸ ਪਾਠ ਦੇ ਵਿੱਚ ਭਾਸ਼ਾ ਦੇ ਬੋਲਣ ਅਤੇ ਲਿਖਣ ਦੇ ਰੂਪ ਨੂੰ ਹੀ ਲਿਆ ਗਿਆ ਹੈ। ਜੇ ਅਸੀਂ ਭਾਸ਼ਾ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਢੰਗਾਂ ਨਾਲ ਇਸ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਤੰਜਲੀ ਮੁਨੀ ਅਨੁਸਾਰ ਜਿਸ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਸਪਸ਼ਟ ਸ਼ਬਦਾਂ ਦੁਆਰਾ ਪ੍ਰਗਟ ਕਰਦੇ ਹਾਂ ਉਹ ਭਾਸ਼ਾ ਹੈ। ਭਾਸ਼ਾ ਵਿਗਿਆਨੀ ਸਵੀਟ ਅਨੁਸਾਰ ਭਾਸ਼ਾ ਧੁਨੀਆਂ ਦੁਆਰਾ ਮਾਨਵ ਦੇ ਭਾਵਾਂ ਦਾ ਪ੍ਰਗਟਾਅ ਹੈ। ਜੋ ਧੁਨੀਆਂ ਅਸੀਂ ਉਚਾਰਿਤ ਕਰਦੇ ਹਾਂ ਜਾਂ ਉਸ ਨੂੰ ਲਿਖਤੀ ਰੂਪ ਦਿੰਦੇ ਹਾਂ, ਉਹਨਾਂ ਦੁਆਰਾ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ ਅਤੇ ਉਸ ਨੂੰ ਅਸੀਂ ਭਾਸ਼ਾ ਆਖ ਦਿੰਦੇ ਹਾਂ। ਇਸੇ ਤਰ੍ਹਾਂ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਭਾਸ਼ਾ ਨੂੰ ਉਚਾਰਨ ਅੰਗਾਂ ਤੋਂ ਉਚਰਤ ਉਹਨਾਂ ਧੁਨੀ ਪ੍ਰਤੀਕਾਂ ਦਾ ਪ੍ਰਬੰਧ ਕਿਹਾ ਗਿਆ ਹੈ ਜੋ ਇੱਕ ਸਮਾਜ ਦੇ ਲੋਕ ਆਪਸੀ ਭਾਵਾਂ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਕਰਦੇ ਹਨ। ਇਸੇ ਤਰ੍ਹਾਂ ਭਾਰਤੀ ਭਾਸ਼ਾ ਵਿਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਵਿਚਾਰਾਂ ਨੂੰ ਅਭਿਵਿਅਕਤ ਕਰਨ ਲਈ ਕਿਸੇ ਸਮਾਜ ਦੁਆਰਾ ਸਵੀਕ੍ਰਿਤ ਜਿਨ੍ਹਾਂ ਧੁਨੀ ਸੰਕੇਤਾਂ ਦਾ ਵਿਵਹਾਰ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਉਸ ਨੂੰ ਭਾਸ਼ਾ ਕਹਿੰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਅਜਿਹਾ ਧੁਨੀ ਸਮੂਹ ਜਿਸ ਦੇ ਉਚਾਰਨ ਜਾਂ ਲਿਪੀਬੱਧ ਰੂਪ ਦੁਆਰਾ ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਉਹ ਭਾਸ਼ਾ ਹੈ। ਜੇ ਅਸੀਂ ਭਾਸ਼ਾ ਦੇ ਰੂਪ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ ਦੋ ਢੰਗਾਂ ਨਾਲ ਦੇਖ ਸਕਦੇ ਹਾਂ, ਇੱਕ ਪ੍ਰਯੋਗਿਕ ਦ੍ਰਿਸ਼ਟੀ ਤੋਂ ਅਤੇ ਇੱਕ ਵਿਵਹਾਰਕ ਦ੍ਰਿਸ਼ਟੀ ਤੋਂ। ਜੇ ਅਸੀਂ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਦੇਖੀਏ, ਜਿਸ ਤਰ੍ਹਾਂ ਅਸੀਂ ਭਾਸ਼ਾ ਨੂੰ ਪ੍ਰਯੋਗ ਕਰਦੇ ਹਾਂ ਅਤੇ ਅਸੀਂ ਇਸ ਨੂੰ ਦੋ ਢੰਗਾਂ ਨਾਲ ਵਰਤਦੇ ਹਾਂ। ਦੋ ਰੂਪ ਹਨ ਇਸ ਦੇ, ਇੱਕ ਭਾਸ਼ਾ ਦਾ ਧੁਨੀ ਰੂਪ ਜਿਸ ਵਿੱਚ ਬੋਲਚਾਲ, ਵਾਦ ਵਿਵਾਦ, ਭਾਸ਼ਣ, ਟੇਪ, ਵੀਡੀਓ ਆਦਿ ਆ ਜਾਂਦਾ ਹੈ, ਜਿਸ ਨੂੰ ਅਸੀਂ ਆਡੀਓ ਕਹਿ ਦਿੰਦੇ ਹਾਂ, ਅਤੇ ਦੂਸਰਾ ਭਾਸ਼ਾ ਦਾ ਲਿਪੀ ਰੂਪ ਜਿਸ ਵਿੱਚ ਲੇਖ, ਪੁਸਤਕ, ਪੱਤਰ ਵਿਵਹਾਰ ਅਤੇ ਹਰ ਪ੍ਰਕਾਰ ਦਾ ਲਿਖਤੀ ਕਾਰਜ ਆ ਜਾਂਦਾ ਹੈ। ਇਹ ਭਾਸ਼ਾ ਦੇ ਪ੍ਰਯੋਗਿਕ ਦ੍ਰਿਸ਼ਟੀ ਤੋਂ ਰੂਪ ਹਨ। ਜੇ ਅਸੀਂ ਭਾਸ਼ਾ ਦੇ ਵਿਵਹਾਰਿਕ ਦ੍ਰਿਸ਼ਟੀ ਤੋਂ ਇਸ ਦਾ ਵਰਗੀਕਰਨ ਦੇਖੀਏ ਤਾਂ ਭਾਸ਼ਾ ਨੂੰ ਅਸੀਂ ਹੇਠ ਲਿਖੇ ਵਰਗਾਂ ਵਿੱਚ ਵੰਡ ਸਕਦੇ ਹਾਂ। ਪਹਿਲਾ ਹੈ ਮੂਲ ਭਾਸ਼ਾ ਜਾਂ ਰੂਟ ਲੈਂਗੁਏਜ। ਇਹਨਾਂ ਨੂੰ ਪੁਰਾਤਨ ਭਾਸ਼ਾਵਾਂ ਵੀ ਕਿਹਾ ਜਾਂਦਾ ਹੈ। ਭਾਸ਼ਾ ਲਗਾਤਾਰ ਬਦਲਦੀ ਰਹਿੰਦੀ ਹੈ। ਇਹ ਕੋਈ
जड़ वस्तु या जड़ चीज़ नहीं है, इस विच लगातार बदलाव आंदा रहिंदा है। जो भाषा असीं अज वरत रहे हाँ, जो रूप इसका अज है, वो कल ये रूप नहीं सी, ते आने वाले कल ये रूप नहीं होवेगा। बहुत सारियां भाषावां किसी एक भाषा विचों या होर भाषावां दे विचों निकलियां हुंदियां हन। रूट भाषा या मूल भाषा वो है जिहड़ियां जिन्हां दे विचों होर भाषावां उत्पन्न हुंदियां हन। जे असीं भारत की मूल भाषा की गल करिए तो इसनूं संस्कृत नूं भारत की मूल भाषा कहा जा सकता है। भारत दीयां बहुत सारियां भाषावां संस्कृत दे विचों निकलियां हन। इसे तरह ही व्यवहारिक दृष्टि तो भाषा का एक रूप है राष्ट्रीय भाषा, नैशनल लैंग्वेज। किसी भी राष्ट्र दे विच उसदे काम काज दे लई, एकता लई, निर्माण दे लई एक भाषा का होना जरूरी है। आम तौर पर जिस भाषा का प्रयोग उस राष्ट्र के वधेरे लोग करते हैं, उस दी राष्ट्रीय भाषा हुंदी है। भारतीय संविधान में हिंदी भाषा नूं राष्ट्र भाषा का दर्जा प्रदान किया गया है, क्योंकि बहुत सारे खिते में हिंदी भाषा बोली जाती है। इसे तरह ही भाषा का एक रूप है अंतरराष्ट्रीय भाषा। इंग्लिश या अंग्रेज़ी नूं अंतरराष्ट्रीय भाषा होने का गौरव प्राप्त है, क्योंकि बहुत सारे देशों के विच वरती जाती है। संपर्क भाषा के तौर पर असी अंग्रेज़ी नूं या इंग्लिश नूं वरतते हैं। अंग्रेज़ी दे या इंग्लिश के फैलाव का वड्डा कारण यह भी है कि इंग्लैंड दीयां बस्तियां बहुत सारी दुनिया के बहुत सारे खिते दे विच रहीआं हन। भारत भी इंग्लैंड की बस्ती रहा है 1947 तो पहला। इसलिए जिथे जिथे अंग्रेज़ गए उत्थे उन्होंने अंग्रेज़ी नूं संपर्क भाषा के रूप में वरतना शुरू किया, ते अज अंग्रेज़ी अंतरराष्ट्रीय भाषा के रूप में वरती जा रही है। इसे तरह ही भाषा का व्यवहारिक दृष्टि तो जे असीं चौथा रूप देखिए तो वह है सांस्कृतिक भाषा। सांस्कृतिक भाषा वो है, उसनूं असीं कह सकते हाँ जिस दे विच आम तौर ते उस खिते दे या उस देश दे कर्म कांड कीते जाते होण। विआह शादियां ते जन्म मरण ते कर्म कांडां दे विच वरती जाण वाली भाषा सांस्कृतिक भाषा हुंदी है। भारत की सांस्कृतिक भाषा संस्कृत है अते यूरोप विच लैटिन सांस्कृतिक भाषा है। इसे तरह ही भाषा का व्यवहारिक रूप तो वर्गीकरण दे विच अगला रूप है प्रादेशिक भाषा। किसी प्रदेश विच वरती जाने वाली भाषा नूं असीं प्रादेशिक भाषा कह दिंदे हां, जिवें कि पंजाब की प्रादेशिक भाषा पंजाबी है। नैक्सट उपबोली। किसी एक भाषा दे विच कई बोलियां हुंदियां हन। ये एक सीमित खेतर दे विच रहण वाले लोकां द्वारा मौखिक रूप विच वरती जाती है। कहा जाता है कि हर कुछ कोहां उत्ते भाषा बदल जाती है। भाषा का स्वरूप थोड़ा बहुता जरूर बदलता है।
ਇੱਕ ਭਾਸ਼ਾ ਦੇ ਅੰਤਰਗਤ ਵੱਖ-ਵੱਖ ਉਪ ਬੋਲੀਆਂ ਵਿਕਸਿਤ ਹੋ ਜਾਂਦੀਆਂ ਹਨ। ਪੰਜਾਬੀ ਵਿੱਚ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਲਹਿੰਦੀ, ਡੋਗਰੀ ਆਦਿ ਕਈ ਉਪ ਬੋਲੀਆਂ ਸ਼ਾਮਲ ਹਨ। ਨੈਕਸਟ ਹੈ ਮਾਤ ਭਾਸ਼ਾ, ਮਦਰ ਟੰਗ। ਜਿਸ ਤਰ੍ਹਾਂ ਨਾਮ ਤੋਂ ਹੀ ਪਤਾ ਲੱਗਦਾ ਹੈ, ਉਹ ਭਾਸ਼ਾ ਜਿਸ ਨੂੰ ਬਾਲਕ ਆਪਣੀ ਮਾਂ ਦੀ ਨਕਲ ਕਰਕੇ ਸੁਭਾਵਕ ਰੂਪ ਵਿੱਚ ਸਿੱਖਦਾ ਹੈ। ਮਾਤ ਭਾਸ਼ਾ ਨੂੰ ਰਦਰ ਬੱਚਾ ਸਿੱਖਦਾ ਨਹੀਂ, ਗ੍ਰਹਿਣ ਕਰਦਾ ਹੈ। ਆਮ ਤੌਰ 'ਤੇ ਉਸ ਪ੍ਰਦੇਸ਼ ਜਾਂ ਖੇਤਰ ਦੀ ਭਾਸ਼ਾ ਜਿਸ ਵਿੱਚ ਬੱਚਾ ਜਨਮ ਲੈਂਦਾ ਹੈ, ਉਹੀ ਉਸ ਦੀ ਮਾਤ ਭਾਸ਼ਾ ਹੋ ਜਾਂਦੀ ਹੈ। ਜਿਵੇਂ ਕਿ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਅਤੇ ਬੰਗਾਲ ਦੀ ਬੰਗਾਲੀ ਹੈ। ਨੈਕਸਟ ਹੈ ਸਾਡੇ ਕੋਲ ਰਾਜ ਭਾਸ਼ਾ। ਰਾਜ ਦੇ ਕੰਮਕਾਰਾਂ ਲਈ ਪ੍ਰਬੰਧਕੀ ਕਾਲਜਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਰਾਜ ਭਾਸ਼ਾ ਕਹਿ ਦਿੰਦੇ ਹਾਂ। ਜਿਵੇਂ ਕਿ ਪੰਜਾਬ ਵਿੱਚ ਪੰਜਾਬੀ ਰਾਜ ਭਾਸ਼ਾ ਹੈ। ਨੈਕਸਟ ਸਾਡੇ ਕੋਲ ਹੈ ਟਕਸਾਲੀ ਭਾਸ਼ਾ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਸਟੈਂਡਰਡ ਲੈਂਗੁਏਜ ਕਹਿ ਦਿੰਦੇ ਹਾਂ। ਭਾਸ਼ਾ ਦਾ ਰੂਪ ਹਰ 10 ਕੋਹ 'ਤੇ ਬਦਲ ਜਾਂਦਾ ਹੈ। ਇੱਕ ਭਾਸ਼ਾ ਦੀਆਂ ਕਈ ਉਪਭਾਸ਼ਾਵਾਂ, ਉਪਬੋਲੀਆਂ ਹੁੰਦੀਆਂ ਹਨ। ਇਹਨਾਂ ਬੋਲੀਆਂ ਵਿੱਚੋਂ ਜੋ ਬੋਲੀ ਵਿਆਕਰਨ, ਸਾਹਿਤਿਕ ਸ਼ਬਦਾਵਲੀ ਦੇ ਆਧਾਰ 'ਤੇ ਵਧੇਰੇ ਵਿਕਸਿਤ ਹੋ ਜਾਂਦੀ ਹੈ, ਉਸ ਨੂੰ ਟਕਸਾਲੀ ਬੋਲੀ ਕਿਹਾ ਜਾਂਦਾ ਹੈ। ਟਕਸਾਲੀ ਬੋਲੀ ਦਾ ਪ੍ਰਯੋਗ ਸਾਹਿਤ ਰਚਨਾ, ਸਿੱਖਿਆ, ਸਰਕਾਰੀ ਚਿੱਠੀ ਪੱਤਰਾਂ ਆਦਿ ਵਿੱਚ ਕੀਤਾ ਜਾਂਦਾ ਹੈ। ਪੰਜਾਬ ਦੀ ਟਕਸਾਲੀ ਭਾਸ਼ਾ ਮਾਝੀ ਹੈ। ਇਹ ਮਾਝੇ ਦੇ ਖੇਤਰ ਵਿੱਚ ਜੋ ਵੰਡ ਤੋਂ ਪਹਿਲਾਂ ਲਾਹੌਰ ਤੋਂ ਅੰਮ੍ਰਿਤਸਰ ਦੇ ਵਿਚਕਾਰ ਦਾ ਹਿੱਸਾ ਸੀ, ਉਸ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬ ਦੀ ਟਕਸਾਲੀ ਭਾਸ਼ਾ ਹੈ। ਨੈਕਸਟ ਸਾਡੇ ਕੋਲ ਹੈ ਵਿਦੇਸ਼ੀ ਭਾਸ਼ਾ। ਉਹ ਭਾਸ਼ਾਵਾਂ ਜੋ ਹੋਰ ਦੇਸ਼ਾਂ ਦੀਆਂ ਭਾਸ਼ਾਵਾਂ ਹਨ ਅਤੇ ਕਿਸੇ ਦੇਸ਼ ਦੀ ਮੂਲ ਭਾਸ਼ਾ, ਸੰਸਕ੍ਰਿਤੀ ਭਾਸ਼ਾ ਜਾਂ ਮਾਤ ਭਾਸ਼ਾ ਨਹੀਂ, ਵਿਦੇਸ਼ੀ ਭਾਸ਼ਾਵਾਂ ਹਨ। ਜਿਵੇਂ ਜਾਪਾਨੀ, ਚੀਨੀ, ਜਰਮਨ, ਫ੍ਰੈਂਚ, ਇਹ ਸਾਡੇ ਲਈ ਵਿਦੇਸ਼ੀ ਭਾਸ਼ਾਵਾਂ ਹਨ। ਨੈਕਸਟ ਅਸੀਂ ਦੇਖਦੇ ਹਾਂ ਭਾਸ਼ਾ ਦੀ ਉਤਪਤੀ ਦੇ ਸਿਧਾਂਤ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦੇ ਹੋਏ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਭਾਸ਼ਾ ਬਹੁਤ ਜ਼ਰੂਰੀ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਤੋਂ ਹੀ ਸ਼ੁਰੂ ਵਿੱਚ ਜਦੋਂ ਮਨੁੱਖ ਨੇ ਸਮਾਜ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਭਾਸ਼ਾ ਦੀ ਲੋੜ ਮਹਿਸੂਸ ਹੋਈ। ਅਤੇ ਹੌਲੀ ਇਹ ਭਾਸ਼ਾ ਵਿਕਸਿਤ ਹੁੰਦੀ ਇਸ ਰੂਪ ਵਿੱਚ ਪਹੁੰਚੀ ਹੈ। ਭਾਸ਼ਾ ਦਾ ਜਨਮ ਕਿਸ ਤਰ੍ਹਾਂ ਹੋਇਆ, ਨਿਰਮਾਣ ਕਿਸ ਤਰ੍ਹਾਂ ਹੋਇਆ, ਇਸ ਦੀ ਉਤਪਤੀ ਕਿਸ ਤਰ੍ਹਾਂ ਹੋਈ, ਇਸ ਲਈ ਬਹੁਤ ਸਾਰੇ ਭਾਸ਼ਾ ਵਿਗਿਆਨੀਆਂ ਨੇ ਕਈ ਸਿਧਾਂਤ ਦਿੱਤੇ ਹਨ, ਪਰ ਕੋਈ ਵੀ ਸਿਧਾਂਤ ਇਸ ਨਤੀਜੇ 'ਤੇ ਨਹੀਂ ਪਹੁੰਚਿਆ ਜੋ ਸਾਨੂੰ ਬਿਲਕੁਲ ਪੂਰੀ ਤਰ੍ਹਾਂ ਦੱਸ ਸਕੇ ਕਿ ਭਾਸ਼ਾ ਦੀ ਉਤਪਤੀ ਕਿਸ ਤਰ੍ਹਾਂ ਹੋਈ। ਇਹਨਾਂ ਸਿਧਾਂਤਾਂ ਵਿੱਚੋਂ ਕੁਝ ਇੱਕ ਸਿਧਾਂਤ ਹਨ
नंबर 1 दैवी सिद्धांत डिवाइन थ्योरी। इस सिद्धांत अनुसार खास तौर पर जे असीं भारत के सभ्याचार की गल करिए, इतिहास की गल करिए, अध्यात्मवाद की गल करिए तो कहा जाता है कि सृष्टि का निर्माण परमात्मा ने किया। इस सिद्धांत अनुसार भाषा भी परमात्मा ने ही बनाई। परमात्मा ने अपनी दैविक शक्ति के नाल इसनूं उत्पन्न किया। संस्कृत नूं हिंदू लोग देवबाणी कहते हैं, पर जे ईश्वर ने या परमात्मा ने ये भाषा बनाई हुंदी तो परमात्मा तो एक ही है तो फिर भाषा भी एक ही होनी सी। इसलिए ये सिद्धांत पूरी तरह मनन योग नहीं है। इस तरह ही दूसरा साडे कोल सिद्धांत आ जाता है अनुकरण या नकल का सिद्धांत, प्रिंसीपल ऑफ इमिटेशन। इस सिद्धांत अनुसार मनुख ने अपने आले दुआले तो जीवां ते वस्तुआं दी आवाज़ां दी नकल करके हौली हौली कुछ शब्द उच्चारित किए अते फिर इन्हां शब्दां तो हौली हौली भाषा का निर्माण होया। जिवें कां नूं वेख के, कां दी आवाज़ सुन के कां कां, बिल्ली दी म्याऊं म्याऊं, जां होर वस्तुआं दी आवाज़ां तो छोटे बच्चे अपने शब्द घड़ लैंदे हन। इस तरह ही मनुख ने आवाज़ां नूं अनुकरण करके नकल करके कई धुनियां का उच्चारण किया अते फिर उस तो ये शब्द बने। पर यह सिद्धांत भी पूरी तरह मनन योग नहीं हो सकता कि मनुख ने पशुआं पंछियां दी आवाज़ां तो भाषा का निर्माण किया होवे, क्योंकि हरेक भाषा दे विच हज़ारां ही शब्द हन जिन्हां दी उत्पत्ति कुदरती तौर ते होई नहीं मन्नी जा सकती। उस तो अगला साडे कोल सिद्धांत आ जाता है नंबर 3 धातु सिद्धांत या प्रिंसीपल ऑफ रूट। इस सिद्धांत अनुसार कुछ एक मूल शब्द मनुख नूं मिले अते उन्हां शब्दां तो ही मनुख ने होर शब्दां दा निर्माण किया। पर अजकल विग्यानियां ने इसनूं भी उलट साबित कर दिता है कि भाषा धातुआं तो बनी है। धातु तो आप भाषावां दे संबंध विच विवेचन का सिट्टा है। भाषा उत्पत्ति का यह सिद्धांत भी मनन योग नहीं कि कुछ एक मूल शब्दां तो ही होर शब्दां की रचना करके भाषा की रचना हुई है। अगला साडे कोल भाषा की उत्पत्ति का सिद्धांत आ जाता है मनोभावां के प्रगटावे का सिद्धांत। इस सिद्धांत अनुसार खुशी, डर, हैरानी समय मनुख कई धुनियां का उच्चारण करता है, कई शब्दों का उच्चारण करता है ਅਤੇ इन्हां शब्दों के उच्चारण तो ही हौली हौली भाषा का निर्माण होया। पर जेकर इस तरह हुंदा तां फिर भी सारी दुनिया की भाषा तकरीबन इक्को जही होनी सी। इसलिए यह सिद्धांत भी पूरी तरह खरा नहीं उतरता। अगला सिद्धांत साडे कोल आ जाता है वोकल कॉर्ड्स साउंड प्रिंसीपल।
ਨਾਦ ਤੰਦੀ ਧੁਨੀ ਸਿਧਾਂਤ। ਇਹ ਸਿਧਾਂਤ ਨਾਰੇ ਵੱਲੋਂ ਪੇਸ਼ ਕੀਤਾ ਗਿਆ, ਜੋ ਕਿ ਮਨੋਭਾਵਾਂ ਦੇ ਪ੍ਰਗਟਾਵੇ ਦੇ ਸਿਧਾਂਤ ਨਾਲ ਕਾਫੀ ਮੇਲ ਖਾਂਦਾ ਹੈ। ਇਸ ਅਨੁਸਾਰ ਕੁਝ ਧੁਨੀਆਂ ਸੁਭਾਵਿਕ ਰੂਪ ਵਿੱਚ ਹੀ ਮਨੁੱਖ ਦੇ ਮੂੰਹੋਂ ਨਿਕਲਦੀਆਂ ਹਨ, ਜੋ ਭਾਸ਼ਾ ਦੀ ਉਤਪਤੀ ਦਾ ਸੋਮਾ ਬਣੀਆਂ। ਨੈਕਸਟ ਸਾਡੇ ਕੋਲ ਹੈ ਸਿੰਗ ਸੌਂਗ ਥਿਊਰੀ ਜਾਂ ਸੰਗੀਤ ਸਿਧਾਂਤ। ਖੁਸ਼ੀ ਗਮੀ ਵੇਲੇ ਮਨੁੱਖ ਦੇ ਮੂੰਹੋਂ ਸਹਿਜ ਸੁਭਾਅ ਹੀ ਕਈ ਆਵਾਜ਼ਾਂ ਨਿਕਲਣ ਲੱਗਦੀਆਂ ਹਨ। ਉਹਨਾਂ ਸੰਵੇਗਾਂ ਕਾਰਨ ਉਹ ਕੁਝ ਨਾ ਕੁਝ ਗੁਣਗੁਣਾਉਂਦਾ ਹੈ। ਇਸ ਸਿਧਾਂਤ ਅਨੁਸਾਰ ਇਹਨਾਂ ਤੋਂ ਹੀ ਹੌਲੀ ਹੌਲੀ ਭਾਸ਼ਾ ਦਾ ਰੂਪ ਵਿਕਸਿਤ ਹੋਇਆ। ਪਰ ਇਹ ਵੀ ਕਲਪਨਾ 'ਤੇ ਹੀ ਆਧਾਰਿਤ ਹੈ, ਇਸ ਦਾ ਕੋਈ ਠੋਸ ਪ੍ਰਮਾਣ ਨਹੀਂ ਹੈ। ਦੈਨ ਸਾਡੇ ਕੋਲ ਆ ਜਾਂਦਾ ਹੈ ਚਿੰਨ੍ਹਵਾਦੀ ਸਿਧਾਂਤ ਜਾਂ ਪ੍ਰਿੰਸੀਪਲ ਆਫ ਸਿੰਬਲ। ਇਸ ਸਿਧਾਂਤ ਅਨੁਸਾਰ ਮਨੁੱਖ ਚਿੰਨ੍ਹਾਂ ਦੁਆਰਾ ਆਪਣੇ ਵਿਚਾਰ ਪ੍ਰਗਟਾਉਂਦਾ ਸੀ, ਫਿਰ ਉਹਨਾਂ ਨੂੰ ਸ਼ਬਦਾਂ ਦਾ ਰੂਪ ਦੇ ਦਿੰਦਾ ਸੀ। ਇਹ ਚਿੰਨ੍ਹ ਤਸਵੀਰਾਂ ਦੇ ਰੂਪ ਵਿੱਚ ਵੀ ਹੋ ਸਕਦੇ ਹਨ ਤੇ ਸੰਕੇਤਾਂ ਦੇ ਰੂਪ ਵਿੱਚ ਵੀ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਸ਼ਾ ਦਾ ਲਿਖਤੀ ਰੂਪ ਪਹਿਲਾਂ ਆਇਆ। ਮਨੁੱਖ ਨੇ ਸਮਾਜ ਵਿੱਚ ਜਦੋਂ ਰਹਿਣਾ ਸ਼ੁਰੂ ਕੀਤਾ ਤਾਂ ਸ਼ਿਕਾਰ ਕਰਨ ਵੇਲੇ ਕਈ ਚਿੰਨ੍ਹ ਉਸਨੇ ਦੀਵਾਰਾਂ ਉੱਤੇ ਉਕਰੇ, ਜੋ ਕਿ ਮਿਲ ਕੇ ਕਿਸੇ ਸ਼ਿਕਾਰ ਦਾ ਪ੍ਰਤੀਕ ਸਨ ਅਤੇ ਉਸ ਨੂੰ ਮਾਰਨ ਦੀ ਸਟ੍ਰੈਟਰਜੀ ਬਾਰੇ, ਅੱਗੇ ਵਧਣ ਬਾਰੇ, ਤੀਰ ਚਲਾਉਣ ਬਾਰੇ, ਪੱਥਰ ਚਲਾਉਣ ਬਾਰੇ ਜਾਂ ਹਥਿਆਰ ਵਰਤਣ ਬਾਰੇ ਅਲੱਗ-ਅਲੱਗ ਸੰਕੇਤ ਸਨ। ਪਰ ਇਹ ਸਿਧਾਂਤ ਵੀ ਦੋਸ਼ਪੂਰਨ ਹੈ। ਸੰਕੇਤ ਤਾਂ ਪਸ਼ੂ ਪੰਛੀ ਵੀ ਦਿੰਦੇ ਹਨ। ਖਤਰੇ ਵੇਲੇ, ਖੁਸ਼ੀ ਵੇਲੇ ਅਲੱਗ-ਅਲੱਗ ਆਵਾਜ਼ਾਂ ਕੱਢ ਕੇ ਇੱਕ ਦੂਸਰੇ ਨੂੰ ਚੇਤਾਉਂਦੇ ਹਨ, ਪਰ ਇਹਨਾਂ ਤੋਂ ਭਾਸ਼ਾ ਦਾ ਵਿਕਸਿਤ ਹੋਣਾ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਭਾਸ਼ਾ ਤਾਂ ਨਿੱਜੀ ਯਤਨਾਂ 'ਤੇ ਆਧਾਰਿਤ ਹੁੰਦੀ ਹੈ। ਦੈਨ ਸਾਡੇ ਕੋਲ ਆ ਜਾਂਦਾ ਹੈ ਸੰਪਰਕ ਸਿਧਾਂਤ। ਇਸ ਸਿਧਾਂਤ ਅਨੁਸਾਰ ਮਨੁੱਖ ਸ਼ੁਰੂ ਤੋਂ ਹੀ ਅਲੱਗ-ਅਲੱਗ ਟੱਬਰਾਂ ਤੇ ਕਬੀਲਿਆਂ ਵਿੱਚ ਰਿਹਾ ਹੈ ਅਤੇ ਉਸ ਨਾਲ ਇੱਕ ਸਮਾਜ ਦੀ ਰਚਨਾ ਹੋਈ। ਜਦੋਂ ਇਹ ਕਬੀਲੇ ਅਲੱਗ-ਅਲੱਗ ਕਬੀਲਿਆਂ ਦੇ ਸੰਪਰਕ ਵਿੱਚ ਆਉਂਦੇ ਸਨ ਤਾਂ ਇਹਨਾਂ ਨੂੰ ਅਲੱਗ-ਅਲੱਗ ਇਸ਼ਾਰੇ, ਵਿਸ਼ੇਸ਼ ਇਸ਼ਾਰੇ ਅਤੇ ਧੁਨੀਆਂ ਦਾ ਸਹਾਰਾ ਲੈਣਾ ਪਿਆ। ਇਸੇ ਤਰ੍ਹਾਂ ਦੇ ਵਿਕਾਸ ਤੋਂ ਭਾਸ਼ਾ ਉਤਪੰਨ ਹੋਈ। ਦੈਨ ਸਾਡੇ ਕੋਲ ਆ ਜਾਂਦੀ ਹੈ ਵਿਕਾਸਵਾਦੀ ਸਿਧਾਂਤ ਜਾਂ ਐਵੋਲਿਊਸ਼ਨ ਥਿਊਰੀ। ਇਹ ਵੀ ਸੰਪਰਕ ਸਿਧਾਂਤ ਵਾਂਗ ਇਹਨਾਂ ਵਿੱਚ ਮੰਨਿਆ ਗਿਆ ਕਿ ਜਦੋਂ ਮਨੁੱਖ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦਾ ਰਿਹਾ ਤਾਂ ਕੁਝ ਇੱਕ ਨਿਰਰਥਕ ਧੁਨੀਆਂ ਦਾ ਉਚਾਰਨ ਕਰਦਾ ਰਿਹਾ। ਹੌਲੀ ਹੌਲੀ ਇਹਨਾਂ ਧੁਨੀਆਂ ਵਿੱਚੋਂ ਕੁਝ ਸਾਰਥਕ ਹੁੰਦੀਆਂ ਗਈਆਂ, ਜੋ ਮਿਲ ਕੇ ਭਾਸ਼ਾ ਬਣ ਗਈਆਂ। ਇਸ ਤਰ੍ਹਾਂ ਸਾਨੂੰ ਹੋਰ ਵੀ ਕਈ ਸਿਧਾਂਤ ਭਾਸ਼ਾ ਦੀ ਉਤਪਤੀ ਬਾਰੇ ਮਿਲਦੇ ਹਨ, ਪਰ ਕਿਸੇ ਨੂੰ ਵੀ ਅਸੀਂ ਪੂਰੀ ਤਰ੍ਹਾਂ ਪ੍ਰਮਾਣਿਕ ਨਹੀਂ ਮੰਨ ਸਕਦੇ। ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਅਸੀਂ ਵਿਕਾਸਵਾਦੀ ਜਾਂ ਐਵੋਲਿਊਸ਼ਨ ਥਿਊਰੀ ਨੂੰ ਹੀ ਮੰਨ ਸਕਦੇ ਹਾਂ,
ਕਿਉਂਕਿ ਭਾਸ਼ਾ ਦਾ ਵਿਕਾਸ ਮਨੁੱਖ ਦੇ ਵਿਕਾਸ ਅਤੇ ਮਨੁੱਖ ਦਾ ਵਿਕਾਸ ਭਾਸ਼ਾ ਦੇ ਵਿਕਾਸ ਦੇ ਨਾਲ ਮਿਲ ਜੁਲ ਕੇ ਹੀ ਹੌਲੀ ਹੌਲੀ ਹੁੰਦਾ ਰਿਹਾ ਹੈ ਅਤੇ ਨਿਰੰਤਰ ਜਾਰੀ ਹੈ। ਭਾਸ਼ਾ ਦਾ ਰੂਪ ਜੋ ਅੱਜ ਹੈ ਉਹ ਕੱਲ੍ਹ ਨਹੀਂ ਹੋਏਗਾ। ਇਸ ਵਿੱਚ ਲਗਾਤਾਰ ਚੇਂਜ ਆਉਂਦੀ ਰਹੇ। ਧੰਨਵਾਦ।